जी ਦੀ ਵਾਰ ਦਾ ਇੱਕ ਬਚਨ ਪੜਿਆ। ਉੱਥੇ ਸਾਹਿਬ ਜੀ ਨੇ ਉਦਾਹਰਨ ਦਿੱਤੇ। ਕਹਿਣ ਲੱਗੇ ਜਿਹੜੇ ਨਖਸਮੇ ਹੋ ਗਏ, ਜਿਨ੍ਹਾਂ ਨੇ ਜਿਹੜੇ ਖਸਮ ਤੋਂ ਟੁੱਟ ਗਏ, ਜਾਂ ਜਿਨ੍ਹਾਂ ਨੂੰ ਖਸਮ ਨੇ ਅਪਣਾਉਣ ਤੋਂ ਇਨਕਾਰ ਕਰ ਦਿੱਤਾ, ਮਾਲਕ ਨੇ ਅਪਣਾਉਣ ਤੋਂ ਇਨਕਾਰ ਕਰ ਦਿੱਤਾ, ਕਹਿਣ ਲੱਗੇ ਉਹਨਾਂ ਦੀ ਹਾਲਤ ਬੜੀ ਤਰਸਯੋਗ। ਇੱਕ ਬਚਨ ਸਤਿਗੁਰਾਂ ਨੇ ਆਪਣੀ ਪਵਿੱਤਰ ਬਾਣੀ ਵਿੱਚ ਕੀਤਾ ਹੈ। ਸਾਹਿਬ ਜੀ ਆਖਦੇ ਨੇ, ਕਹਿੰਦੇ ਕਿਸੇ ਕਿਸਾਨ ਨੇ ਤਿਲ ਬੀਜੇ, ਤਿਲਾਂ ਦੀ ਖੇਤੀ ਉਸਨੇ ਤਿਆਰ ਕੀਤੇ, ਕਹਿ ਲੱਗੇ ਪਰ ਜਦੋਂ ਤਿਲਾਂ ਨੂੰ ਵੱਢਣ ਦਾ ਸਮਾਂ ਆਇਆ, ਉਸ ਕਿਸਾਨ ਨੇ ਜਿਹੜੇ ਖੇਤ ਵਿੱਚ ਤਿਲ ਬੀਜੇ ਸਨ, ਕਹਿ ਲੱਗੇ ਉਸ ਤਿਲਾਂ ਦੇ ਵੱਢਣ ਲੱਗਿਆਂ ਕੁਝ ਤਿਲਾਂ ਦੇ ਬੂਟਿਆਂ ਨੂੰ ਉਹਦੇ ਵਿੱਚ ਹੀ ਛੱਡ ਦਿੱਤਾ। ਕਹਿਣ ਲੱਗੇ ਕੁਝ ਤਿਲਾਂ ਦੇ ਬੂਟਿਆਂ ਨੂੰ ਜਦੋਂ ਛੱਡਿਆ ਤੇ ਆਖਦੇ ਨੇ ਉਹਨਾਂ ਤਿਲਾਂ ਦੇ ਛੱਡੇ ਹੋਏ ਬੂਟੇ ਜਿਹੜੇ ਨੇ, ਉਹਨਾਂ ਨੂੰ ਲੋਕੀ, ਨਗਰ ਦੇ ਲੋਕੀ ਭੱਠੀਆਂ ਥੱਲੇ ਬਾਲਣ ਵਾਸਤੇ, ਅੱਗ ਥੱਲੇ ਬਾਲਣ ਵਾਸਤੇ ਆਏ ਤੇ ਵੱਢ ਕੇ ਲੈ ਗਏ। ਕਹਿੰਦੇ ਕਿਸੇ ਦਾਨੇ ਨੇ ਪੁੱਛ ਲਿਆ, ਕਹਿੰਦੇ ਭੋਲਿਓ ਇੱਕ ਗੱਲ ਤਾਂ ਦੱਸੋ, ਬਈ ਤੁਸੀਂ ਵੀ ਤਿਲ ਹੋ, ਤੁਹਾਡੇ ਨਾਲ ਦੇ ਸਾਥੀਆਂ ਨੂੰ ਵੱਢ ਕੇ ਮਾਲਕ ਤੁਹਾਡਾ ਲੈ ਗਿਆ, ਪਰ ਤੁਹਾਨੂੰ ਕਹਿੰਦੇ ਕਿਉਂ ਛੱਡ ਕੇ ਚਲਾ ਗਿਆ? ਤੁਹਾਨੂੰ ਉਹਨੇ ਕਿਉਂ ਨਹੀਂ ਅਪਣਾਇਆ? ਤੇ ਗੁਰੂ ਕੇ ਸਵਾਰਿਓ ਉਹ ਇੱਕ ਗੱਲ ਕਹਿਣ ਲੱਗੇ ਸਾਡੇ ਅੰਦਰ ਅਸਲ ਵਿੱਚ ਤਿਲਾਂ ਦੀ ਬਜਾਏ ਸਵਾਹ ਹੈ, ਤੇ ਜਿਨ੍ਹਾਂ ਵਿੱਚ ਸਵਾਹ ਹੈ ਭਲਾ ਉਹਨੂੰ ਮਾਲਕ ਕੀ ਕਰੇ। ਤੇ ਕਹਿੰਦੇ ਅੱਜ ਮਾਲਕ ਤੋਂ ਟੁੱਟਣ ਕਰਕੇ, ਨਿਖਸਮੇ ਹੋਣ ਕਰਕੇ ਹਾਲਤ ਇਹ ਬਣੀ, ਕਿੱਥੇ ਇੱਕ ਮਾਲਕ ਨੇ ਘਰ ਲੈ ਜਾਣਾ ਸੀ, ਅੱਜ ਸੈਂਕੜੇ ਮਾਲਕ ਉਹਨਾਂ ਦੇ ਬਣ ਗਏ ਤੇ ਉਹਨਾਂ ਦੇ ਆਪੇ ਨੂੰ ਬਰਬਾਦ ਕਰਕੇ ਰੱਖ ਦਿੱਤਾ। ਇਹ ਨਖਸਵੀਂ ਜ਼ਿੰਦਗੀ ਦੀ ਹਾਲਤ ਹੈ। ਸਾਹਿਬ ਬਚਨ ਕਰਦੇ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਜਿਹੜੇ ਕਹਿੰਦੇ ਗੁਰੂ ਨੂੰ ਚੇਤੇ ਨਹੀਂ ਕਰਦੇ, ਮਨ ਵਿੱਚ ਚਤੁਰਾਈ ਚਲਾਕੀ ਤੇ ਸਿਆਣਪ ਰੱਖਦੇ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਫਿਰ ਕਹਿੰਦੇ ਛੁੱਟਾ ਤਿਲ ਬਵਾੜ ਜਿਉ, ਜਿਵੇਂ ਬਵਾੜ ਤਿਲ ਕਹਿੰਦੇ ਖੇਤਾਂ ਵਿੱਚ ਛੁੱਟੇ ਨੇ, ਛੁੱਟਾ ਤਿਲ ਬਵਾੜ ਜਿਉ ਸੁਣਿਆ ਅੰਦਰ ਖੇਤ। ਕਹਿ ਲਗੇ ਖੇਤੇ ਅੰਦਰ ਛੁੱਟਿਆ, ਜਿਹੜੇ ਉਹ ਖੇਤ ਵਿੱਚ ਛੁੱਟੇ ਸਨ ਹਾਲਤ ਕੀ ਬਣੀ ਨਖਸਮਿਆਂ ਦੀ? ਕਹਿ ਲਗੇ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ। ਤੇ ਕਹਿੰਦੇ ਫਲਿਆਂ ਫੁੱਲਿਆਂ ਬਪੜੇ ਪੀ ਤਨ ਵਿੱਚ ਸੁਵਾ। ਕਹਿੰਦੇ ਉਹਨਾਂ ਦੀ ਕੀਮਤ ਕੋਈ ਨਾ ਪਈ। ਸਤ ਸੰਗਤ ਧਿਆਨ ਦੇਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਆਪਣੀ ਬਾਣੀ ਵਿੱਚ ਕੀਤੇ। ਕਹਿਣ ਲੱਗੇ ਇੱਕ ਗੱਲ ਖਿਆਲ ਕਰਨਾ, ਜਿਨ੍ਹਾਂ ਦੇ ਜੀਵਨ ਦਾ ਕੋਈ ਵਾਲੀ ਵਾਰਸ ਨਹੀਂ, ਕਹਿੰਦੇ ਉਹਨਾਂ ਦੇ ਜੀਵਨ ਨੂੰ ਕਦੀ ਟਿਕਾ ਨਹੀਂ ਆ ਸਕਦਾ। ਜਿਨ੍ਹਾਂ ਦੇ ਜੀਵਨ ਦਾ ਕੋਈ ਮਾਲਕ ਨਹੀਂ, ਕੋਈ ਨਾਥ ਨਹੀਂ, ਉਹਨਾਂ ਦੇ ਜੀਵਨ ਅੰਦਰ ਸ਼ਾਂਤੀ ਤੇ ਟਿਕਾ ਕਿਵੇਂ ਆਏ? ਇਸ ਕਰਕੇ ਸਤਿਗੁਰੂ ਭਗਤ ਜੀ ਕਹਿਣ ਲੱਗੇ ਬੇਮਾਲਕੇ ਲੋਕ ਸੰਸਾਰ ਸਮੁੰਦਰ ਵਿੱਚ ਮੈਂ ਡੁੱਬਦੇ ਵੇਖ। ਧਿਆਨ ਦੇਣਾ, ਮਾਲਕ ਦੀ ਕੀਮਤ, ਗੁਰੂ ਵਾਲੇ, ਪਰਮੇਸ਼ਵਰ ਵਾਲੇ, ਉਹਨਾਂ ਦਾ ਗੁਰੂ ਕੇ ਸਵਾਰੇ, ਗੁਰੂ ਤੋਂ ਬਿਨਾਂ ਜੀਵਨ ਦਾ ਕਦੀ ਭਲਾ ਨਹੀਂ। ਇਸੇ ਕਰਕੇ ਸਤਿਗੁਰਾਂ ਨੇ ਸੁਚੇਤ ਕੀਤਾ। ਉਹ ਕਹਿੰਦੇ ਨੇ ਭਾਈ ਇੱਕ ਗੱਲ ਧਿਆਨ ਦੇਈ, ਜਿਸ ਗੁਰੂ ਨੇ ਤੇਰੀ ਬਾਂਹ ਪਕੜ ਕੇ ਤੈਨੂੰ ਰਾਹੇ ਪਾਣਾ, ਕਹਿਣ ਲੱਗੇ ਉਸ ਗੁਰੂ ਤੋਂ ਨਾ ਟੁੱਟੇ, ਮਾਲਕ ਵਾਲਾ ਬਣ। ਤੇ ਸਾਧ ਸੰਗਤ ਉੱਥੇ ਸਾਹਿਬ ਜੀ ਨੇ ਬਚਨ ਕੀਤੇ। ਕਹਿਣ ਲੱਗੇ ਗੁਰੂ ਵਾਲਾ ਬਣੇਗਾ। ਭੱਟ ਜੀ ਤਾਂ ਬਚਨ ਕਰਦੇ ਨੇ ਨਾ, ਉਹ ਕਹਿੰਦੇ ਨੇ ਬਲਿਓ ਚਿਰਾਗ ਅੰਧਿਆਰ ਮੈਂ। ਅੰਧੇਰੇ ਅੰਦਰ ਗੁਰੂ ਮਾਨੋ ਇੱਕ ਚਿਰਾਗ ਬਣਿਆ, ਤੇ ਕਹਿੰਦੇ ਚਿਰਾਗ ਚਾਨਣ ਦਿੰਦਾ ਹੈ। ਜਿਹੜਾ ਉਸ ਚਿਰਾਗ ਨੂੰ ਆਪਣੇ ਕਹਿਣ ਲੱਗੇ ਉਹਦੀ ਰੋਸ਼ਨੀ ਵਿੱਚ ਚੱਲੇਗਾ, ਉਹ ਠੋਕਰਾਂ ਤੋਂ ਬਚ ਜਾਣਗੇ। ਤੇ ਜਿਹੜਾ ਇਸ ਚਿਰਾਗ ਦੀ ਰੋਸ਼ਨੀ ਵਿੱਚ ਨਹੀਂ ਚੱਲੇਗਾ, ਕਹਿੰਦੇ ਉਹਨਾਂ ਨੂੰ ਅੰਧੇਰੇ ਵਿੱਚ ਠੋਕਰਾਂ ਦਾ ਸਾਹਮਣਾ ਕਰਨਾ ਪਏਗਾ। ਬਚਨ ਕਰਦੇ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ। ਕਹਿੰਦੇ ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ।
कह लगे गुरु नानक साहब ते रब दे अंदर दुनिया दे लोगों कोई फर्क नहीं। ते जे भला चाहते हो धन गुरु नानक साहब जी दे चरनां नाल जुड़ जाओ, कहंदे जीवन दा भला हो जाएगा, जीवन दा भला हो जाएगा। साध संगत सतगुरु पातशाह महाराज जी ने देखो अनेका उदाहरणा दित्तियां। कहंदे ने गुरु पौड़ी भी है, गुरु बेड़ी भी है ते गुरु मला भी, तिने काम ने। गुरु कहंदे ने जे किधरे चढ़ना होवे अचाई ते पौड़ी बनदा है, संसार तो पार होना होवे बेड़ी ते उसदा मला बनदा है। गुर बेड़ी पौड़ी गुरु गुर तुल्हा हर नाओ। कह लगे गुरु ते तुल्हा है, बेड़ी है, ते ओ कहंदे ने जेड़ा गुरु दे नाल जुड़ गया जीवन दा भला ओदे होया। साध संगत भगत जी ने बड़ी प्यारा ये बचन आख्या। ओ कहंदे कबीर निगो साईं बह गए। निगो साईं का मतलब है साईं तो रहत, जिन्हां दा कोई मालक नहीं। बह गए दा मतलब है प्यारिओ रुड़ गए। जगत मानो सागर है ते ओ बेमालके लोक जिन्हां दा कोई रखवाला नहीं सी, कहंदे रुड़ गए। इतिहास के पन्ने देखो जिन्हां ने इस गल का पता चले। बाबा अमरदास अपने घर दे अंदर गुरु के सवारे एक लिया के गंगा इशनानी नूं प्रसाद पानी छकान लगे। सारे आप जी जानते हो प्रसाद पानी अगे रखिया ते उस गंगा इशनानी ने सुभावक ये शब्द कह दिते। कह लगे बाबा अमरदास तुसी मेरे नाल ही गंगा तो वापस आए हो, पर मैं तुहानू एक गल कहना चाहना वा। मैं तुहाडे घर दा कहंदे जल पानी अज ग्रहण करना है, एदू पहला मैं एक गल पूछना चाहना, उहदा जवाब दिओ। बाबा अमरदास कहंदे केड़ा? ते उन्हां ने आख्या सी तुहाडा गुरु कौन? ते बाबा अमरदास ने मोड़ जवाब दिता ते आख्या सी उदासी जी मैं ते हाली इस पासे सोचिया नहीं, मेरा कोई गुरु नहीं। गुरु के सवारे कहंदे ने उस गंगा इशनानी ने प्रसाद पानी वाला भांडा पासे कीता ते कह लगा निगुरे दे घरों छकना ते बहुत वड्डा पाप है। वापस चला गया, उस घर तो निकल गया, पर बाबा अमरदास नूं टिका नहीं। तुसी जानदे हो गुरु के सवारे हो दिन रात हुण ये ठोकर वज गई, दिन रात मन उतावला होया भी मेरा सतगुरु मैनू कदों मिलेगा। ते अज सवेरे प्रभात है, अमृत वेला होया ते अमृत वेले घर दे विच गंगा बह रही सी। कह लगे अमृत वेले बाबा अमरदास जी ने जदों बाणी सुनी ते उन्हां दे भरा दी नूं प्यार नाल बाणी पढ़दी है, जो धन गुरु अंगद साहब जी दी पुत्री है। बीबी अमरो बाणी पढ़ी जा रहे से, बाबा अमरदास सुनते गए, नेड़े हो गए। इक्को दम बीबी अमरो ने बाणी पढ़नी जदों बंद कर लगी ते बाबा अमरदास ने कहा धीए घर विच गंगा बहिंदी सी, मैं एवें बाहरली गंगा ते इशनान करन जांदा रहा। कह लगे धीए रुक ना, बाणी दे बचन सुने। बाबा अमरदास दा मन द्रव्या। समाप्ति तो बाद बाबा अमरदास ने पूछ लिया बेटा ये बाणी किदी? पिता जी ये बाणी धन गुरु नानक साहब सच्चे पातशाह जी दी। बेटा अज ओ किथे ने? पिता जी ओ तां शरीर दा चोला त्याग के जा चुके हन, उन्हां दी गद्दी दे सुभायमान मेरे पिता जी हन। अज जगत दे लोकां दी कल्याण ओ कर रहे हैं। बाबा अमरदास हैरान होए, कह लगे पहला मिल के आया पर रिश्तेदार बन के, धीए हुण लै जा मैं सेवक बन के जाना चाहना। ते इतिहास लिखदा बीबी अमरो जी लैके गए
ਜਦੋਂ ਲੈ ਕੇ ਗਏ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਦੋਂ ਮਿਲੇ, ਨਮਸਕਾਰ ਕਰਨ ਲੱਗੇ, ਤੇ ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕਰਕੇ ਗੁਰੂ ਕੇ ਸਵਾਰ ਆਪਣਾ ਕੁੜਮ ਜਾਣ ਕੇ ਸੰਸਾਰੀ ਰਿਸ਼ਤੇ ਦੀ ਗੱਲ ਹੋਈ ਤੇ ਛਾਤੀ ਨਾਲ ਲਾਣ ਲੱਗੇ। ਤੇ ਬਾਬਾ ਅਮਰਦਾਸ ਕਹਿੰਦੇ, ਦਾਤਾ ਅੱਜ ਮੈਂ ਸੰਸਾਰੀ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਮੇਰੇ ਮਾਲਕ ਅੱਜ ਮੈਂ ਤੇਰੇ ਘਰ ਦਾ ਸੇਵਕ ਬਣ ਕੇ ਆਇਆ ਵਾਂ, ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦੇ, ਤੇ ਜੇ ਤੁਹਾਡੇ ਚਰਨਾਂ ਵਿੱਚ ਥਾਂ ਮਿਲ ਗਈ ਸਮਝਾਂਗਾ ਸਭ ਕੁਝ ਤੁਸੀਂ ਮੇਰੀ ਝੋਲੀ ਵਿੱਚ ਪਾ ਦਿੱਤਾ। ਗੁਰੂ ਕੇ ਸਵਾਰਿਓ, ਕਹਿੰਦੇ ਨੇ ਬਾਬਾ ਅਮਰਦਾਸ ਜੀ ਨੇ, ਗੁਰੂ ਅੰਗਦ ਸਾਹਿਬ ਜੀ ਨੇ ਘਰ ਵਿੱਚ ਸੇਵਾ ਦਿੱਤੀ, ਬੜੀ ਸੇਵਾ ਕੀਤੀ, ਸਿੱਖ ਹੋ ਕੇ ਸੇਵਾ ਕੀਤੀ, ਤੇ ਗੁਰੂ ਵਾਲੇ ਬਣ ਕੇ ਜਦੋਂ ਟਹਿਲ ਕੀਤੀ, ਤੇ ਇੱਕ ਵਕਤ ਉਹ ਵੀ ਆ ਗਿਆ ਕਿ ਇਸ ਗੱਦੀ ਦੇ ਮਾਲਕ ਉਹ ਖੁਦ ਆਪ ਬਣ ਗਏ। ਜਿਨ੍ਹਾਂ ਨੂੰ ਸਮਝ ਆਈ, ਮੈਂ ਬੇਨਤੀ ਇਹ ਕਰਦਿਆਂ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕਹਿ ਲੱਗੇ ਭਾਈ ਗੁਰੂ ਤੋਂ ਬਿਨਾ ਗੱਲ ਨਹੀਂ ਬਣਨੀ, ਮਾਲਕ ਤੋਂ ਬਿਨਾ ਭਲਾ ਤੇਰਾ ਰਖਵਾਲਾ ਕੌਣ। ਆ ਬਚਨ ਆਪਾਂ ਇੱਕ ਬਾਣੀ ਵਿੱਚ ਪੜ੍ਹਦੇ ਆ ਨਾ, ਤੇ ਗਰੀਬ ਨਵਾਜ ਪਾਤਸ਼ਾਹ ਬਚਨ ਕਹਿੰਦੇ ਨੇ, ਕਹਿ ਲੱਗੇ ਦੇਖੋ ਪੂਰੇ ਗੁਰੂ ਤੋਂ ਬਿਨਾ ਜੀਵਨ ਦੀ ਬੇੜੀ ਨੂੰ ਕੋਈ ਨਹੀਂ ਜੀ ਪਾਰ ਲਾ ਸਕਦਾ। ਜਿੱਥੇ ਮਰਜੀ ਕਹਿੰਦੇ ਜੀਵ ਚਲਾ ਜਾਏ। ਇਸ ਕਰਕੇ ਸਾਹਿਬ ਕਹਿੰਦੇ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਤਾਰੂ, ਗੁਰ ਪਾਰ ਬ੍ਰਹਮ ਸਦਾ ਨਮਸਕਾਰੂ। ਫਿਰ ਕਹਿੰਦੇ ਮਤ ਕੋ ਪਰਮ ਭੂਲੇ ਸੰਸਾਰ, ਗੁਰ ਬਿਨ ਕੋਇ ਨਾ ਉਤਰਸ ਪਾਰ। ਕਹਿ ਲਗੇ ਮਤਾ ਕੋਈ ਭੁਲੇਖੇ ਵਿੱਚ ਹੋਵੇ ਕਿ ਪੂਰੇ ਗੁਰੂ ਤੋਂ ਬਿਨਾਂ ਕਿਸੇ ਦੇ ਜੀਵਨ ਦਾ ਭਲਾ ਹੋਵੇਗਾ, ਨਹੀਂ। ਸਤਿਗੁਰਾਂ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਕਹਿ ਲੱਗੇ ਫਸਲ ਬੀਜੀ ਹੋਵੇ ਤੇ ਜੇ ਉਸ ਫਸਲ ਦਾ ਨੂੰ ਵਾੜ ਨਾ ਕੀਤੀ ਹੋਵੇ, ਕਹਿੰਦੇ ਨੇ ਫਸਲ ਚੁਗੀ ਜਾਂਦੀ ਹੈ। ਉਹਦਾ ਰਖਵਾਲਾ ਨਾ ਬੈਠਾ ਹੋਵੇ, ਉਹਦੇ ਦਾਣੇ ਚੁਗੇ ਜਾਂਦੇ ਨੇ। ਤੇ ਧਿਆਨ ਦੇਣਾ, ਕੋਈ ਭਜਨ ਬੰਦਗੀ ਦਾ ਬੀਜ ਆਪਣੇ ਮਨ ਵਿੱਚ ਬੀਜਣ ਦਾ ਯਤਨ ਵੀ ਕਰੇ, ਬਿਨਾ ਗੁਰੂ ਤੋਂ, ਗੁਰੂ ਕੇ ਸਵਾਰੇ ਮਾਲਕ ਤੋਂ ਬਿਨਾ ਪਹਿਲੀ ਗੱਲ ਤੇ ਇਸ ਦੁਨੀਆ ਵਿੱਚ ਬੀਜਿਆ ਹੀ ਨਹੀਂ ਜੇ ਜਾਣਾ। ਪਰ ਚਲੋ ਜੇ ਹੀਲਾ ਵਸੀਲਾ ਕਰਕੇ ਉਹ ਕਹਿੰਦਾ ਵੀ ਨਹੀਂ ਗੁਰੂ ਦੀ ਕੋਈ ਲੋੜ ਨਹੀਂ, ਗੁਰੂ ਵਾਲੇ ਨਾ ਪੜੀਏ, ਉਸ ਤਰ੍ਹਾਂ ਹੀ ਭਜਨ ਬੰਦਗੀ ਜਪ ਤਪ ਕਰੀਏ। ਉਹ ਕਹਿਣ ਲੱਗੇ ਭਲਿਆ ਵਾੜ ਤੋਂ ਬਿਨਾ ਤੇ ਫਿਰ ਸਭ ਕੁਝ ਚੁਗਿਆ ਜਾਣਾ। ਇਹ ਗੁਰੂ ਤਾਂ ਤੇਰੇ ਜੀਵਨ ਦੀ ਵਾੜ ਹੈ, ਗੁਰੂ ਤਾਂ ਤੇਰੇ ਜੀਵਨ ਦਾ ਰਖਵਾਲਾ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਪਾਣੀ ਵਿੱਚ ਗੁਰੂ ਕੇ ਸਵਾਰੇ ਬਚਨ ਵੀ ਕੀਤੇ, ਤੇ ਉੱਥੇ ਉਹਨਾਂ ਨੇ ਸੁਚੇਤਾ ਵੀ ਕੀਤੀ। ਕਹਿ ਲੱਗੇ ਠੋਕ ਵਜਾ ਕੇ ਕਹਿੰਦੇ ਆ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਜਿਹਦੇ ਮੱਥੇ ਦੇ ਚੰਗੇ ਭਾਗ, ਕਹਿ ਲੱਗੇ ਗੁਰੂ ਕੀ ਸੇਵਾ ਵਿੱਚ ਲੱਗਿਆ। ਤੇ ਉਹ ਬਚਨ ਕਹਿੰਦੇ, ਕਬੀਰ ਨਿਗੋ ਸਾਏ ਬਹਿ ਗਏ, ਥਾਂਗੀ ਨਾਹੀ ਕੋਏ। ਨਿਖਸਮੇ ਲੋਕ ਜਗਤ ਸਾਗਰ ਵਿੱਚ ਰੁੜ ਗਏ। ਮੈਂ ਬੇਨਤੀ ਕੀਤੀ ਹੈ, ਜਗਤ ਨੂੰ ਸਮੁੰਦਰ ਨਾਲ, ਸਾਗਰ ਨਾਲ ਤਰਜੀਹ ਦਿੱਤੇ ਗਈ। ਕਹਿ ਲੱਗੇ ਇਹਦੇ ਤੇਜ ਛੱਲਾਂ ਅੱਗੇ, ਇਹਦੇ ਤੇਜ ਬਹਾਵ ਅੱਗੇ ਜਿਨ੍ਹਾਂ ਦਾ ਕੋਈ ਮਾਲਕ ਨਹੀਂ ਸੀ, ਜਿਨ੍ਹਾਂ ਦਾ ਕੋਈ ਕਹਿੰਦੇ ਨੇ ਮਾਲਕ ਨਹੀਂ ਸੀ, ਉਹ ਬਹਿ ਗਏ। ਜਿਨ੍ਹਾਂ ਕੋਲ ਕੋਈ ਬੇੜੀ ਨਹੀਂ ਸੀ, ਕੋਈ ਮਿਲਾ ਨਹੀਂ ਸੀ, ਉਹ ਰੁੜ ਗਏ। ਕਹਿੰਦੇ ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ। ਭਗਤ ਕਬੀਰ ਜੀ ਕਹਿੰਦੇ ਸਜਣਾ ਨਿਮਰਤਾ ਦੇ ਨਾਲ, ਪਿਆਰ ਦੇ ਨਾਲ
इस गल नूं प्रवान कर भी रब्बा तू जो कुछ करदा है वो सच करदा, जो करदा लोहे ते लीक करदा, जो करदा भला करदा है, जो करदा चंगा करदा, माड़ा नहीं करदा। ते ये गल मन बई बिना मालक तो गल बननी नहीं। एक बचन बाणी विच आया, सतगुरु पातशाह महाराज कहंदे, कह लगे कबीर कुकर राम को मुतिया मेरो नाम। मैं अपने राम दा अपने मालक दा कहंदे कुकर हां, मेरा नाम मोती है। फिर प्रमाण कहंदे गले हमारे जेवरी, मेरे गल दे अंदर मालक दे हाथ विच पकड़ी होई संगली दा एक हिस्सा मेरे गल नाल वज्जा है। ते इस करके जिधर जिधर मेरा मालक मैनू ले जांदा मैं जाना। कुकर राम का हां, मैं मालक दा हां। और ध्यान देना वो जी संगली की पटा पटे दी जिक्र है। ते कह लगे जे कोई किसी दा मालक संसारी उदाहरण, जे कुकर किसी दे घर आवारा होवे ते आवारा कुकर नूं कोई बर्दाश्त नहीं करदा। जेड़ा किसे दा हुंदा है, किसे घर विच हुंदा है, उन्होंने पटा पाया हुंदा है ते ओदी नेड़े कोई नहीं लगदा। भगत जी कह लगे कबीर कुकर राम को मैं खसम वाला, मोतिया मेरो नाम, मेरा मोती नाम है। गले हमारे जेवरी, मेरे गल अंदर जेवरी है, संगली है। ओदे हाथ विच जो पकड़ी ओदा एक हिस्सा मेरे गल विच। जै खिंचै तैं जाऊं, जिधर मेरा मालक खिंचदा है कह लगे मैं उधर ही जाना। मैं खसम वाला जो होया, ध्यान देना मैं जिक्र करके हटिया। अज बरसात पई हुई बरसात दे नाल होई थां गिल्ली थां विच अमृत वेले एक रब नाल प्यार करन वाला, रब दे चरनां विच जुड़ी हुई पवित्र आत्मा मोढे ते चुकी गागर ते खडूर दी धरती वल आ रहे सन बाबा अमरदास। अचानक मौसम की खराबी कारण थां चले गिली होने कारण गुरु के सवारे इको दम जुलाया दी खड्डी कोल आए ते इतिहास दसदा पैर नाल किला अड़िया ते डिग पै। अंदरों खड़की दी आवाज सुनी ते जुलाखे ने अपनी घरवाली नूं ये गल कही। कह लगे भगवाने ये कौन है? लगदा कोई खड्डी नाल अड़ के डिग्या है। वो कह लगी पति देव कोई गल नहीं, ये कोई होर नहीं, ये ते अमरू नथावा है। बाबा अमरदास के कन्ना विच गल पई, उन्होंने गल मोड़वा जवाब दिता। कह लगे बीबा ऐ चलिए, कौन कहंदा है अमरू नथावा है? हुण ते मैं थां वाला हां, नथावे ओ हन जिन्हां नूं अमृत वेले भी मालक भुलिया होया। निथावे ओ हन जिन्हां नूं एक एक सवास विच भी रब भुलिया होया। मैं ते गुरु अंगद साहब जी दा हां, मैं तां मालक वाला हां, मैं हुण नथावा नहीं रहा। ते गुरु के सवारे सच्चाई वक्त आया जो गद्दी ते बैठे ते सतगुरु अंगद साहब जी ने जेड़े वर दिते कमाल कर दिते। इतिहास ने लिखे ने तकरीबन 12-13 वरदान। वैसे तो गुरु अंगद साहब हर वेले आसीस ही बख्शदे ने, वरदान नहीं देंदे ने, बख्शिश ही करदे। पर उस इतिहासक दृष्टिकोण तो वेख लो ते ओहदे विच जेड़े बचन कह उन्हां 12-13 बचनां विच, उन्हां बचनां विच ये भी बचन शामिल ने। निमाणियां दा मान गुरु अमरदास, निताणियां दा तान गुरु अमरदास, न्योटियां की ओट, नियासरियां का आसरा गुरु अमरदास।
ਇਹ ਅਮਰਦਾਸ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੋਵੇਗਾ, ਅੱਜ ਤੋਂ ਬਾਅਦ ਤੁਸੀਂ ਉਹਨਾਂ ਦੇ ਆਸਰੇ ਬਣੋਗੇ। ਇਹ ਅਮਰਦਾਸ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੋਵੇਗਾ, ਤੁਸੀਂ ਉਹਨਾਂ ਦੇ ਸਹਾਰੇ ਬਣੋਗੇ। ਗੁਰੂ ਕੇ ਸਵਾਰਿਓ ਧਿਆਨ ਦੇਣਾ, ਬੇਨਤੀ ਮੈਂ ਕਰ ਰਿਹਾ। ਕਹਿੰਦੇ ਨੇ ਨਿੱਗੋ ਸਾਈਂ ਬੇਮਾਲਕੇ, ਜਿਹੜੇ ਨਾ ਬੇੜੀ ਵਿੱਚ, ਜਿਨ੍ਹਾਂ ਕੋਲ ਨਾ ਬੇੜੀ ਸੀ ਨਾ ਮਿਲਾ ਸੀ, ਕਹਿੰਦੇ ਰੁੜ ਗਏ। ਸਤਿਗੁਰਾਂ ਨੇ ਇੱਕ ਬਚਨ ਬਾਣੀ ਵਿੱਚ ਕੀਤਾ, ਉੱਥੇ ਕਹਿੰਦੇ ਨੇ ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇੱਥੇ ਬਚਨ ਕੀਤਾ ਜਗਤ ਸਾਗਰ ਹੈ। ਉੱਥੇ ਹੀ ਬਚਨ ਕਰਦੇ ਕਹਿ ਲੱਗੇ ਨਦੀਆਂ, ਉਹਦੇ ਵਿੱਚ ਵੀ ਬੰਦਾ ਰੁੜਦਾ, ਪਾਣੀ ਹੁੰਦਾ ਉਹਦੇ ਵਿੱਚ। ਕਹਿਣ ਲੱਗੇ ਹੰਸ ਹਿੰਸਾ ਕਰਨੀ, ਲੋਭ ਲੋਭੀ ਹੋਣਾ, ਹੇਤ ਮੋਹ ਵਿੱਚ ਪੈਣਾ। ਹੰਸ ਹੇਤ ਲੋਭ ਕੋਪ ਤੇ ਕ੍ਰੋਧ, ਇਹ ਚਾਰ ਨਦੀਆਂ ਕਹਿ ਲੱਗੇ ਅੱਗ ਦੀਆਂ ਨਦੀਆਂ ਨੇ। ਅੱਗ ਦੀਆਂ ਨਦੀਆਂ ਨੇ। ਲੋਭ ਇੱਕ ਨਦੀ ਏ, ਇਹ ਵੀ ਅੱਗ ਦੀ। ਮੋਹ ਇੱਕ ਨਦੀ ਏ, ਇਹ ਵੀ ਅੱਗ ਦੀ। ਤੇ ਕਹਿੰਦੇ ਨੇ ਹਿੰਸਾ ਕਰਨੀ, ਇਹ ਵੀ ਨਦੀ ਹੈ। ਇਹ ਚਾਰ ਨਦੀਆਂ ਨੇ। ਤੇ ਸਤਿਗੁਰਾਂ ਨੇ ਕਿਹਾ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਸਾਹਿਬ ਕਹਿੰਦੇ ਪਵਹਿ ਦਜੈ, ਦਜੇ ਦਾ ਮਤਲਬ ਹੁੰਦਾ ਸੜਨਾ। ਲੋਕੀ ਇਹਨਾਂ ਚਾਰਾਂ ਨਦੀਆਂ ਵਿੱਚ ਡਿੱਗਦੇ ਨੇ। ਪਵਹਿ ਦਜੈ ਨਾਨਕਾ, ਕਲਗੇ ਦੇ ਵਿੱਚ ਪੈਂਦੇ ਨੇ, ਸੜਦੇ ਨੇ। ਤੇ ਪੁੱਛਿਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਦੱਸੋ ਇਹਨਾਂ ਤੋਂ ਪਾਰ ਵੀ ਕਿਵੇਂ ਹੋ ਜਾਈਦਾ, ਕਿਵੇਂ ਹੋਈਦਾ? ਤੇ ਉਹਦਾ ਇਲਾਜ ਦੱਸਿਆ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਪਵਹਿ ਦਜਹਿ ਨਾਨਕਾ ਤਰੀਏ ਕਰਮ ਚਰਨੀ ਲੱਗ। ਜੇ ਰੱਬ ਦੇ ਚਰਨਾਂ ਨਾਲ ਮਾਲਕ ਬਣਾਈਏ ਨਾ, ਜੇ ਮਾਲਕ ਵਾਲੇ ਹੋਈਏ, ਤੇ ਕਹਿਣ ਲੱਗੇ ਇਹਨਾਂ ਚਵਾਂ ਨਦੀਆਂ ਤੋਂ ਬਚ ਜਾਈਦਾ। ਸੱਚ ਜਾਣਨਾ, ਜੇ ਮਾਲਕ ਵਾਲੇ ਨਾ ਹੋਈਏ ਤੇ ਫਿਰ ਕਹਿਣ ਲੱਗੇ ਗਵਾਚ ਜਾਈਦਾ, ਸੜ ਜਾਈਦਾ। ਇੱਕ ਬਚਨ ਹੋਰ ਸਾਹਿਬ ਨੇ ਕੀਤਾ, ਉਹ ਕਹਿੰਦੇ ਬਾਰ ਬੇਨਾਨੜੇ, ਜਗਤ ਇੱਕ ਬੜਾ ਭਿਆਨਕ ਜੰਗਲ ਹੈ। ਬਾਰ ਬੇਡਾਨੜੇ ਹੁਮਸ ਧੁਮਸ, ਬੜੀ ਹੁਮ ਹੈ, ਬੜੀ ਧੁਮਸ ਹੈ, ਕੂਕਾਂ ਪੈ ਰਹੀਆਂ ਹਨ, ਜੰਗਲ ਦਾ ਭਿਆਨਕ ਦ੍ਰਿਸ਼। ਬਾਰ ਬੇਡਾਨੜੇ ਹੁਮਸ ਧੁਮਸ ਕੂਕਾਂ ਪਈਆਂ ਰਾਹੀਂ, ਰਾਹ ਵਿੱਚ ਕੂਕਾਂ ਪੈ ਰਹੀਆਂ ਨੇ। ਐਸਾ ਭਵਸ, ਐਸਾ ਜਗਤ ਇੱਕ ਜੰਗਲ ਹੈ। ਤੇ ਕਹਿ ਲੱਗੇ ਜੇ ਬੰਦੇ ਨੂੰ ਪਤਾ ਨਾ ਹੋਵੇ, ਜੇ ਕਿਸੇ ਦਾ ਮਾਲਕ, ਉਹਦਾ ਮਾਲਕ ਨਾ ਹੋਵੇ, ਗੁਰੂ ਤੋਂ ਟੁੱਟਿਆ ਹੋਵੇ, ਤੇ ਉਹਨੂੰ ਇਸ ਜੰਗਲ ਵਿੱਚ ਉਹਦਾ ਵਾਸ ਹੋਵੇ, ਤੁਸੀਂ ਸਮਝ ਸਕਦੇ ਹੋ ਉਹਦਾ ਬਣਦਾ ਕੀ ਹੈ। ਕਹਿ ਲੱਗੇ ਉਹਦੇ ਲਈ ਜਗਤ ਇੱਕ ਮੌਤ ਦਾ ਕਾਰਨ ਬਣ ਜਾਏਗਾ। ਪਰ ਜਿਨ੍ਹਾਂ ਨੇ ਕਹਿ ਲੱਗੇ ਐ ਪ੍ਰਭੂ ਤੈਨੂੰ ਮਾਲਕ ਬਣਾ ਲਿਆ, ਗੁਰੂ ਪਰਮੇਸ਼ਵਰ ਦੇ ਜਿਹੜੇ ਚਰਨਾਂ ਨਾਲ ਜੁੜ ਗਏ ਨਾ, ਕਹਿੰਦੇ ਗੁਰੂ ਪਰਮੇਸ਼ਵਰ ਦੀ ਉਂਗਲੀ ਪਕੜ ਕੇ ਉਸ ਸੰਸਾਰ ਰੂਪੀ ਜੰਗਲ ਵਿੱਚੋਂ ਸਹਿਜੇ ਪਾਰ ਹੋ ਗਏ। ਨਾ ਉਹਨਾਂ ਨੂੰ ਕਿਸੇ ਸ਼ੇਰ ਦਾ ਡਰ, ਨਾ ਕਿਸੇ ਵੱਡੇ ਆਕਾਰ ਵਾਲੇ ਹਾਥੀ ਦਾ ਡਰ, ਨਾ ਉਹਨਾਂ ਨੂੰ ਕਿਸੇ ਹੋਰ ਪ੍ਰਕਾਰ ਦੇ ਕਿਸੇ ਜੀਵ ਜੰਤੂਆਂ ਦਾ ਡਰ, ਜਿਹੜੇ ਕਿਸੇ ਦਾ ਆਸਰਾ ਲੈ ਕੇ ਤੁਰੇ। ਉਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚ ਗਏ। ਤੇ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਬਾਰੂ ਬੇਡਾਨੜੇ ਹੁਮਸ ਧੁਮਸ ਕੂਕਾਂ ਪਈਆਂ ਰਾਹੀਂ, ਤਉ ਸ਼ੈ ਸੇਤੀ ਲਗੜੀ ਡੋਰੀ, ਨਾਨਕ ਆਨੰਦ ਸੇਤੀ ਬਣ ਗਾਹੀ। ਜੇ ਤੇਰੇ ਚਰਨਾਂ ਨਾਲ ਡੋਰੀ ਲੱਗੀ ਹੋਵੇ, ਬੜੇ ਆਨੰਦ ਨਾਲ ਬਨ ਨੂੰ ਗਾ ਲਾਂਗੇ। ਤਉ ਸ਼ੈ ਸੇਤੀ ਲਗੜੀ ਡੋਰੀ,
ਨਾਨਕ ਆਨੰਦ ਸੇਤੀ ਬਣ ਗਾਹੀ। ਜੇ ਤੇਰੇ ਪਿਆਰ ਵਿੱਚ ਰਹੇ, ਜੇ ਤੇਰੀ ਮੁਹੱਬਤ ਵਿੱਚ ਜੁੜੇ ਰਹੇ। ਤੇ ਭਗਤ ਜੀ ਕਹਿੰਦੇ ਕਬੀਰ ਨਿਗੋ ਸਾਏ ਬਹਿ ਗਏ, ਬੇਮਾਲਕੇ ਨੇ ਖਸਮੇ ਬਹਿ ਗਏ, ਰੁੜ ਗਏ ਸੰਸਾਰ ਸਾਗਰ ਵਿੱਚ। ਠਾਂਗੀ ਨਾਹੀ ਕੋਏ, ਕਿਉਂਕਿ ਉਹਨਾਂ ਕੋਲ ਕੋਈ ਮਲਾਹ ਨਹੀਂ, ਉਹਨਾਂ ਨੂੰ ਪਾਰ ਕਰਨ ਵਾਲਾ ਕੋਈ ਨਹੀਂ। ਕਹਿੰਦੇ ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ। ਕਹਿਣ ਲੱਗੇ ਬੜੀ ਗਰੀਬੀ ਨਾਲ, ਬੜੀ ਦੀਨਤਾ ਨਾਲ, ਪਿਆਰ ਨਾਲ ਜੋਦਰੀ ਕਰਿਆ ਕਰ। ਐ ਕਰਤਾ ਪੁਰਖ ਵਾਹਿਗੁਰੂ ਜੀਓ, ਜੋ ਪਾਉਂਦਾ ਜੋ ਹੁੰਦਾ ਉਹ ਤੁਸੀਂ ਚੰਗੇ ਹੀ ਕਰਦੇ ਹੋ, ਤੁਹਾਡੀਆਂ ਹੀ ਬਖਸ਼ਿਸ਼ਾਂ ਨੇ। ਮੇਰੇ ਮਾਲਕ ਜੀ ਮੈਂ ਇਹ ਜੋਦੜੀ ਕਰਦਾ, ਮੈਂ ਇਹ ਅਰਦਾਸ ਕਰਦਾ ਹਾਂ ਕਿ ਕਿਰਪਾ ਕਰਕੇ ਮੈਨੂੰ ਇਸ ਭਵ ਸਾਗਰ ਤੋਂ ਪਾਰ ਕਰੋ। ਅੱਗੇ ਸ਼ਲੋਕ ਵਿੱਚ ਭਗਤ ਜੀ ਬਚਨ ਕਰਦੇ ਕਬੀਰ ਵੈਸ਼ਨਵ ਕੀ ਕੂਕਰ ਭਲੀ। ਵੈਸ਼ਨਵ ਕਹਿੰਦੇ ਨੇ ਰੱਬ ਦਾ ਭਗਤ, ਜਿਹਨੇ ਰੱਬ ਦੀ ਭਗਤੀ ਕਰਦਾ, ਬੰਦਗੀ ਕਰਦਾ, ਉਹ ਹੈ ਅਸਲੀ ਵੈਸ਼ਨੂ। ਵੈਸ਼ਨੂ ਇਹ ਨਹੀਂ ਵੀ ਕੋਈ ਖਾਸ ਚੀਜ਼ਾਂ ਖਾਏ ਤੇ ਦੂਜੀਆਂ ਛੱਡ ਦੇ। ਵੈਸ਼ਨੂ ਇਹ ਨਹੀਂ ਵੀ ਫਲ ਫਰੂਟ ਖਾਏ ਤੇ ਦੂਜੀਆਂ ਚੀਜ਼ਾਂ ਛੱਡ ਦੇ, ਇਹ ਵੈਸ਼ਨੂ ਨਹੀਂ। ਵੈਸ਼ਨੂ ਹੈ ਜਿਹੜਾ ਭਗਤ ਭਜਨ ਬੰਦਗੀ ਕਰਦਾ, ਨਾਮ ਜਪਦਾ, ਕਮਾਈ ਕਰਦਾ, ਉਹ ਵੈਸ਼ਨੂ। ਤੇ ਹਜ਼ੂਰ ਕਹਿੰਦੇ ਨੇ, ਵੈਸੇ ਸਤਿਗੁਰਾਂ ਨੇ ਬਾਣੀ ਵਿੱਚ ਬ੍ਰਾਹਮਣ ਦੀ ਪਰਿਭਾਸ਼ਾ ਵੀ ਇਹੀ ਦੱਸੀ। ਸੋ ਬ੍ਰਾਹਮਣ ਜੇ ਬਿੰਦੇ ਬ੍ਰਹਮ, ਜਬ ਤਬ ਸੰਜਮ ਕਮਾਵੈ ਧਰਮ। ਉਹ ਬ੍ਰਾਹਮਣ ਜਿਹੜਾ ਕਹਿਣ ਲੱਗੇ ਰੱਬ ਦੀ ਇਬਾਦਤ ਕਰੇ, ਰੱਬ ਦੇ ਘਰ ਦੀ ਵਿਚਾਰ ਕਰੇ। ਜੋਗੀ ਦੀ ਪਰਿਭਾਸ਼ਾ ਵੀ ਇਹ, ਉਹ ਕਹਿੰਦੇ ਗੱਲੀ ਜੋਗ ਨਾ ਹੋਈ। ਗੱਲਾਂ ਨਾਲ ਜੋਗੀ ਨਹੀਂ ਬਣੀਦਾ, ਨਾ ਹੀ ਆਈ ਕਰਮ ਕਰਕੇ ਮੁੰਦਾ ਸੰਤੋਖ ਸਰਮ ਪਦ ਝੋਲੀ। ਧਿਆਨ ਕੀ ਕਰੇ ਵੀ ਭੂਤ ਆ ਸੰਸਾਰੀ ਕਰਮ ਕਾਂਡ ਕਰਕੇ ਜੋਗੀ ਨਹੀਂ ਵੀ ਮੁੰਦਰਾਂ ਕੰਨ ਵਿੱਚ ਪਹਿਨ ਲਈਆਂ। ਹਾਂ ਪਹਿਨਣੀਆਂ ਨੇ ਤੇ ਸਾਹਿਬ ਕਹਿੰਦੇ ਫਿਰ ਆ ਪਹਿਨ, ਜਿਹੜੀਆਂ ਜਪਜੀ ਸਾਹਿਬ ਵਿੱਚ ਦੱਸੀਆਂ ਨੇ, ਮੁੰਦਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰੇ ਵਿਪੂਤ। ਇਹ ਜੋਗੀਤਾ ਪ੍ਰਵਾਨ ਹੈ। ਕਹਿੰਦੇ ਗੱਲੀ ਜੋਗ ਨਾ ਹੋਈ, ਇੱਕ ਦ੍ਰਿਸ਼ਟ ਕਰ ਸਮਸਰ ਜਾਣੈ, ਜੋਗੀ ਕਹੀ ਐ ਸੋਈ। ਉਹ ਜੋਗੀ ਜਿਹੜਾ ਇੱਕ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਇੱਕੋ ਜਿਹਾ ਜਾਣੇ, ਤੇ ਉਹ ਦ੍ਰਿਸ਼ਟੀ ਬਣਨੀ ਹੈ ਕਮਾਈ ਨਾਲ, ਉਹ ਦ੍ਰਿਸ਼ਟੀ ਬਣਨੀ ਹੈ ਬੰਦਗੀ ਨਾਲ। ਜਿੰਨਾ ਚਿਰ ਈਰਖਾ ਹੈ ਮਨ ਵਿੱਚ, ਭਲਾ ਕਿਵੇਂ ਸਾਰਿਆਂ ਨੂੰ ਬਰਾਬਰ ਜਾਣੇ। ਉਹ ਈਰਖਾ ਦਾ ਰੋਗ ਮਿਟਣਾ ਹੈ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਨਾਲ, ਭਜਨ ਬੰਦਗੀ ਨਾਲ। ਖੈਰ ਕਬੀਰ ਜੀ ਕਹਿੰਦੇ ਕਬੀਰ ਬੈ ਸੁਨੂ ਕੀ ਕੂਕਰ ਭਲੀ। ਰੱਬ ਦੇ ਭਗਤ ਦੀ ਕਹਿ ਲਗੇ ਕੂਕਰ ਦਾ ਭਾਵ ਹੈ ਕੁੱਤੀ ਹੀ ਚੰਗੀ ਹੈ। ਦੇਖੋ ਇੱਕ ਤਾੜਨਾ ਹੈ। ਸਾਕਤ ਕੀ ਬੁਰੀ ਮਾਏ, ਕਹਿ ਲਗੇ ਰੱਬ ਨਾਲ ਟੁੱਟੇ ਹੋਏ ਦੀ ਤੇ ਮਾਂ ਵੀ ਬੁਰੀ ਹੈ। ਦੇਖੋ ਐਦੂ ਵੱਡੀ ਕਮਾਲ ਕਰ ਦਿੱਤੀ। ਕਹਿ ਲਗੇ ਜਿਹੜੇ ਰੱਬ ਨਾਲ ਟੁੱਟੇ ਨੇ ਨਾ, ਉਹਨਾਂ ਦੀ ਤੇ ਮਾਂ ਵੀ ਬੁਰੀ ਹੈ। ਇਹਦਾ ਭਾਵ ਇਹ ਨਹੀਂ ਕਿ ਉਹ ਛੁਟਿਆਉਣਾ ਚਾਹੁੰਦੇ, ਅਸਲ ਵਿੱਚ ਦੱਸਣਾ ਇਹ ਚਾਹੁੰਦੇ ਨੇ ਵੀ ਕੀਮਤ ਜਿਹੜੀ ਆ ਉਹ ਨਾਮ ਕਰਕੇ ਹੈ। ਇੱਕ ਥਾਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਆਪਣੇ ਸ਼ਲੋਕਾਂ ਵਿੱਚ। ਉਹ ਇਸੇ ਦ੍ਰਿਸ਼ਟੀਕੋਣ ਤੋਂ ਬਚਨ ਕਰਦੇ ਨੇ, ਕਹਿਣ ਲੱਗੇ ਕਬੀਰ ਸਾਕਤ ਤੇ ਸੂਕਰ ਭਲਾ। ਸਾਕਤ ਨਾਲੋਂ ਰੱਬ ਦੇ ਨਾਲ ਟੁੱਟੇ ਹੋਏ ਮਨੁੱਖ ਨਾਲੋਂ ਤਾਂ ਸੂਰ ਚੰਗਾ। ਪੁੱਛਿਆ ਕਿਉਂ? ਕਿਉਂਕਿ ਕੁਝ ਦੱਸੋਗੇ ਉਹਦੀ ਚੰਗਿਆਈ ਨੂੰ ਬਿਆਨ ਤਾਂ ਕਰੋ ਵੀ ਕਿਹੜੇ ਗੁਣ ਨੇ ਉਹਦੇ ਵਿੱਚ, ਕਿਹੜੀ ਅਕਲ ਹੈ ਉਹਦੇ ਵਿੱਚ। ਤੇ ਉਹਦਾ ਫਿਰ ਜ਼ਿਕਰ ਕੀਤਾ। ਕਹਿ ਲੱਗੇ ਕਬੀਰ ਸਾਕਤ ਤੇ ਸੂਕਰ ਭਲਾ ਰਾਖੇ ਆਛਾ ਗਾਉ।
ਕਹਿਣ ਲੱਗੇ ਸੂਰ ਜਿਹੜਾ ਹੈ ਗੰਦਗੀ ਚੁਗਦਾ ਹੈ, ਗੰਦਗੀ ਚੁਗ ਚੁਗ ਕੇ ਕਹਿੰਦੇ ਆਪਣੇ ਘਰ ਨੂੰ ਆਪਣੇ ਨਗਰ ਨੂੰ ਚੰਗਾ ਰੱਖਦਾ ਹੈ, ਪਰ ਸਾਕਤ ਜਿਹੜਾ ਹੈ ਨਿੰਦਿਆ ਕਰਦਾ ਹੈ, ਰੱਬ ਦੇ ਭਗਤਾਂ ਦੀ ਨਿੰਦਿਆ ਕਰਦਾ ਹੈ, ਝੂਠ ਬੋਲਦਾ ਹੈ, ਨਿੰਦਿਆ ਸੁਣਦਾ ਹੈ, ਮਾੜੇ ਕਰਮ ਕਰਦਾ ਹੈ, ਆਪਣੀ ਦ੍ਰਿਸ਼ਟੀ ਨੂੰ ਮੈਲਾ ਕਰਦਾ ਹੈ। ਕਹਿ ਲੱਗੇ ਇਸ ਕਰਕੇ ਉਹ ਤੇ ਮਾਨੂੰ ਗੰਦ ਹੀ ਪਾਉਂਦਾ ਹੈ, ਤੇ ਗੰਦ ਪਾਉਣ ਵਾਲਾ ਕਿਵੇਂ ਚੰਗਾ ਹੋਇਆ। ਸਾਕਤ ਤੇ ਸੁਕਰ ਭਲਾ ਰਾਖੇ ਆਛਾ ਗਾਉ। ਕਹਿਣ ਲੱਗੇ ਉਹ ਸਾਕਤ ਬਪਰਾ ਮਰ ਗਿਆ, ਕੋਈ ਨਾ ਲੈ ਹੈ ਨਾਉ। ਰੱਬ ਦਾ ਪਿਆਰਾ ਕਹਿੰਦੇ ਜੇ ਜੀਵਨ ਵਿੱਚ ਹੋਇਆ ਤਾਂ ਵੀ ਇੱਜ਼ਤ, ਜੇ ਜਦੋਂ ਸਰੀਰ ਕਰਕੇ ਵੀ ਚਲਾ ਗਿਆ ਫਿਰ ਵੀ ਇੱਕ ਪਰਉਪਕਾਰੀ ਹੋ ਕੇ ਲੋਕਾਂ ਨੂੰ ਗੁਰੂ ਕੀ ਸੰਗਤ ਵਿੱਚ ਬਿਠਾਉਣ ਦਾ ਸਬੱਬ ਬਣਿਆ। ਤਿੱਥੇ ਬਚਨ ਕਹਿੰਦੇ ਕਬੀਰ ਬੈ ਸੁਨੋ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ। ਸਾਕਤ ਦੀ ਮਾਂ ਬੁਰੀ ਜਿਸਨੇ ਜਨਮ ਦਿੱਤਾ, ਦੇਖੋ ਕੈਸੀ ਤਾੜਨਾ। ਇਹ ਮਾਨੂੰ ਸਿੱਧਾ ਸਿੱਧਾ ਇਸ਼ਾਰਾ ਹੀ ਕੀਤਾ ਹੋਇਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤਾਂ ਬਚਨ ਕਹਿੰਦੇ ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤੁ ਕੀ ਜੈ ਹਰ ਵਾਂਝਾ। ਤਿਨ ਸੁਨੀ ਦੇਹ ਫਿਰੈ ਬਿਨ ਨਾਵੈ, ਓਏ ਖਪ ਖਪ ਮੁਵੇ ਕਰਾਂਝਾ। ਉਹ ਮਾਂ ਔਲਾਦ ਤੋਂ ਬਿਨਾਂ ਕਿਉਂ ਨਾ ਰਹਿ ਗਈ, ਜਿਸ ਦੇ ਅੰਦਰ ਪਰਮ ਪਿਤਾ ਪਰਮੇਸ਼ਵਰ ਦਾ ਨਾਮ ਦਾ ਰੰਗ ਨਾ ਲੱਗਾ। ਤੇ ਭਗਤ ਜੀ ਨੇ ਤਾੜਨਾ ਕੀਤੀ। ਕਹਿ ਲੱਗੇ ਉਹ ਕਿਉਂ ਬੁਰੀ, ਉਹ ਕਿਉਂ ਚੰਗੀ, ਉਹਦਾ ਜ਼ਿਕਰ ਕੀਤਾ। ਕਹਿ ਲੱਗੇ ਉਹ ਨਿਤ ਸੁਨੇ ਹਰ ਨਾਮ ਜਸ। ਜਿਹੜੇ ਰੱਬ ਦੇ ਭਗਤ ਦੀ ਉਹ ਕੁੱਕਰ ਹੈ ਨਾ, ਕੁੱਤੀ ਹੈ ਨਾ, ਕਹਿੰਦੇ ਨੇ ਉਹ ਰੋਜ਼ ਕਿਉਂਕਿ ਭਗਤ ਦੀ ਸੰਗਤ ਹੈ, ਉਹਨੂੰ ਸਮਝ ਆਵੇ ਨਾ ਆਵੇ, ਉਹ ਕੁਝ ਜ਼ੁਬਾਨ ਤੋਂ ਕਹਿ ਸਕੇ ਨਾ ਕਹਿ ਸਕੇ, ਪਰ ਭਗਤ ਦੀ ਸੰਗਤ ਕਰਨ ਦੇ ਨਾਲ ਉਹ ਹਰੀ ਦਾ ਨਾਮ ਤਾਂ ਸੁਣਦੀ ਹੈ। ਕਿਉਂਕਿ ਭਗਤ ਨੇ ਕੋਈ ਹੋਰ ਕੰਮ ਨਹੀਂ ਕਰਨਾ, ਸਾਧੂ ਨੇ ਹੋਰ ਕੋਈ ਕੰਮ ਨਹੀਂ ਕਰਨਾ। ਸਾਧੂ ਦਾ ਕਰਮ ਹੀ ਇੱਕ ਹੈ, ਭਜਨ ਬੰਦਗੀ ਕਰਨੀ। ਭਜਨ ਬੰਦਗੀ ਕਰਨੀ ਭਗਤ ਦਾ ਕਰਮ ਹੀ ਇਹ ਹੈ। ਉਸ ਤੋਂ ਬਿਨਾਂ ਤੇ ਗੁਰੂ ਕੇ ਸਵਾਰੇ ਦੂਸਰਾ ਕੋਈ ਬਚਨ ਨਹੀਂ, ਦੂਸਰੀ ਕੋਈ ਗੱਲ ਨਹੀਂ, ਕਿਉਂਕਿ ਭਗਤ ਨੂੰ ਵਕਤ ਹੀ ਨਹੀਂ ਹੈ ਕੋਈ ਹੋਰ ਗੱਲ ਕਰੇ। ਉਹ ਕਹਿੰਦਾ ਹੈ ਸਵਾਸ ਮਿਲੇ। ਇਹਨਾਂ ਅਮੋਲਕ ਸਵਾਸਾਂ ਨੂੰ ਨਿੰਦਿਆ, ਚੁਗਲੀ, ਆਸਾ, ਤ੍ਰਿਸ਼ਨਾ, ਰਾਗ, ਦਵੈਖ ਦੀਆਂ ਗੱਲਾਂ ਵਿੱਚ ਦੀਆਂ ਕੌਡੀਆਂ ਵਿੱਚ ਖਤਮ ਕਰ ਦਈਏ। ਕਿਉਂ? ਬਿਲਕੁਲ ਨਹੀਂ। ਉਹ ਕਹਿੰਦਾ ਵਕਤ ਨੇ। ਉਹ ਗੁਰੂ ਕੇ ਸਵਾਰੋ ਦਿਨ ਰਾਤ ਜੁੜੇ ਰਹਿੰਦੇ ਨੇ। ਤੇ ਭਗਤ ਜੀ ਕਹਿੰਦੇ ਉਹ ਨਿਤ ਸੁਨੈ ਹਰ ਨਾਮ ਜਸ। ਉਹ ਨਿਤ ਹਰੀ ਨਾਮ ਜਸ ਸੁਣਦੇ ਨੇ, ਸੁਣਦੀ ਹੈ। ਉਹ ਪਾਪ ਵਿਸਾਹਨ ਜਾਏ। ਤੇ ਸਾਕਤ ਦੀ ਜੋ ਮਾਂ ਹੈ ਉਹ ਤੇ ਪਾਪ ਹੀ ਇਕੱਠੇ ਕਰਦੀ ਹੈ। ਕਿਉਂਕਿ ਪੁੱਤਰ ਇਹੋ ਜਿਹਾ ਹੈ ਜਿਹਦੇ ਕੋਲ ਰੱਬ ਦੀ ਕੋਈ ਗੱਲ ਨਹੀਂ, ਜਿਹਦੇ ਕੋਲ ਰੱਬ ਦੀ ਕੋਈ ਬੰਦਗੀ ਨਹੀਂ, ਜਿਹਦੇ ਕੋਲ ਰੱਬ ਦਾ ਕੋਈ ਜ਼ਿਕਰ ਨਹੀਂ, ਜਿਹੜਾ ਹਰ ਵੇਲੇ ਪਾਪ ਕਰਦਾ ਹੈ, ਗੁਨਾਹ ਕਰਦਾ ਹੈ। ਤੇ ਕਹਿੰਦੇ ਉਹ ਵੀ ਰੋਜ਼ ਸੁਣਦੀ ਏ। ਸੰਗਤ ਦੋਸ਼ ਜਿਹੜਾ ਉਹਦੇ ਤੇ ਵੀ ਲੱਗ ਜਾਂਦਾ। ਇਸ ਕਰਕੇ ਭਾਵੇਂ ਬੰਦਾ ਕੁਝ ਆਪ ਨਾ ਵੀ ਕਰੇ ਨਾ, ਪਰ ਮਾੜੀ ਸੰਗਤ ਵਿੱਚ ਬੈਠ ਕੇ ਸੰਗਤ ਦੋਸ਼ ਦਾ ਵੀ ਇਹਨੂੰ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਸਤਿਗੁਰਾਂ ਨੇ ਕਿਹਾ ਵੀ ਤੂੰ ਸੰਗਤ ਦੋਸ਼ੀ ਵੀ ਨਾ ਬਣ, ਤੂੰ ਰੱਬ ਦੇ ਪਿਆਰਿਆਂ ਦੇ, ਜਿੱਥੇ ਰੱਬ ਦੇ ਘਰ ਦੀ ਚਰਚਾ ਹੋ ਰਹੀ ਹੈ, ਉਸ ਸੰਗਤ ਵਿੱਚ ਆਪਣੇ ਆਪ ਨੂੰ ਬਿਠਾ, ਤਾਂ ਕਿ ਤੇਰੇ ਜੀਵਨ ਦਾ ਵੀ ਭਲਾ ਹੋ ਜਾਏ, ਤੇਰੇ ਜੀਵਨ ਦੀ ਵੀ ਕਲਿਆਣ ਹੋ ਜਾਏ। ਤੇ ਉਹ ਕਹਿੰਦੇ ਨੇ ਉਹ ਇਸ ਕਰਕੇ ਬੁਰੀ ਵੀ ਰੋਜ਼ ਪਾਪ ਵਿਸਾਂਦੀ।
रोज पाप इकट्ठे करदी। ते बाणी विच उस मां बाप नूं धन आखिया जे। एक ते ये मां बाप जी दे बारे बचन सुन लै तुसां। एक उस मां बाप नूं धन आखिया है जिहदे पुत्तर धीआं रब दी बंदगी करदे ने। ਉਹਦੇ ਬਾਰੇ ਸਾਹਿਬ ਕਹਿੰਦੇ ਨੇ, ਧਨ ਸੁ ਮਾਤਾ ਧਨ ਸੁ ਪਿਤਾ ਧਨ ਸੁ ਜਨਨੀ ਜਿਨ ਜਨ ਜਣੇ। ਉਹ ਮਾਂ ਬਾਪ ਧਨ ਜਿਨ੍ਹਾਂ ਨੇ ਰੱਬ ਦੇ ਪਿਆਰੇ ਪੈਦਾ ਕੀਤੇ। ਕਹਿ ਲੱਗੇ ਧਨ ਸੁ ਮਾਤਾ ਧਨ ਸੁ ਪਿਤਾ ਧਨ ਸੁ ਜਨਨੀ ਜਿਨ ਜਨ ਜਨੇ। जिन सास गिरास ते आया मेरा हर हर से साची दरगह हर जन बने। जिन्हां स्वास स्वास सिमरन कीता कह लगे सच्ची दरगह उस परम पिता वाहिगुरु जी दी दरगाह विच रब दे पूर्ण सेवक बड़े। रब ने बड़ा प्यार उन्हां नाल कीता, बड़ी मुहब्बत उन्हां जीवां नाल कीती जिन्हां ने भजन बंदगी गुरु के सौरे कीती। ते एक बचन भी साहब बाणी विच कहंदे ने ना, कह लगे कमाई करन वाले जीव तंता दे पात्र, पर कमाई तो होने हीने जीव जिन्हां कोल भजन बंदगी नहीं। सतगुरु पातशाह महाराज कहंदे सच जाणियो वो कह दो संसार ते पैदा ही क्यों ना होए। भगत कबीर साहब जी ने एक बचन कीता है, कह लगे जेह कुल पूत ना ज्ञान विचारी विधवा कासना भई महतारी। जेरी कुल विच ज्ञान विचार पुत्र नहीं, ज्ञान विचार दा मतलब भजन बंदगी करन वाला। जे कुल पूत ना ज्ञान विचारी विधवा कासना भई महतारी। जे नर राम भगत ने साधी जन्मत्स काहे ना मूओ अपराधी। जिस मनुख ने रब दी बंदगी नहीं कीती, हजूर कहंदे हो जवान कादे लई हो गया, वो पैदा होंदे ही क्यों ना मर गया। इन्नी ताड़ना ते गुरु के सवारे ध्यान दिओ। जिन्हों हर वेले करता पुरख वाहिगुरु परमेश्वर याद है, कहंदे उन्हां वर्गा कौन। उन्हां दी धूड़ मिल जाए जीवन सफल। वो बचन कह देन जीवन सफल। पात जी ने बचन कीता कबीर बै सुनू की कुकर भली साकत की बुरी माए। ओह नित सुने हर नाम जस ओ पाप विसाहन जाए। अगे श्लोक विच भगत जी ने ये अमृतमयी बोल कहे ने, तवज्जो दे के गुरु के सवारे सुनना। वो कहंदे कबीर हर ना दूबला एहो हरियारा ताल। कह लगे जगत एक पहला समुद्र की उदाहरण दी ते हुण भगत जी ने जिहड़ी उदाहरण दी वो कहंदे ने बई एक बड़ा हरियाला ताल है। एक बड़ा हरियाला हरियाला ताल है, सरोवर है, हरा भरा। कहंदे लाख आहेरी, आहेरी कहंदे ने शिकारी नूं। एक जियो कबीर हर ना दुबला एहो हरियारा ताल। लाख आहेरी लखां शिकारी ने इस हरियाले ताल विच। कोई गुरु के सवारे हो खुस जाए हरे भरे जंगल विच कह लो ते लखा शिकारी होण ਉਹਦੇ आसे पासे लगे फिरे होण, भला ਉਹਦੇ जीवन ਦਾ भला हो सकता है। कबीर हर ना दूबला एहो हरियारा ताल। लाख आहेरी एक जियो जिंद एक है लखा शिकारी। केता बंचू काल, भला किन्ना समा बच सकते, कित्थों तक बचांगे, किन्ने दिन बचांगे। ਇਹਦਾ अर्थ है भी एक जिंद है उस विचारी नूं लखा ही शिकारी ਉਹਦਾ शिकार करन ਨੂੰ ਫਿਰਦੇ।
क्रोध उसनू अपना भोजन बनाना चाहता है, मोह उसनू अपनी जकड़ विच लैना चाहता है, काम उसनू नेस्तो नबूद करना चाहता है, लोभ उसनू दा सत्यानाश करना चाहता है, हंकार उसदे टुकड़े टुकड़े करना चाहता है। विचारी ओ एक जिंद जाए किथे। सतगुरा ने एक बचन कीता। मेरे साहब कहते ने एक बखादी पंच बखादी एक गरीबा। पंज वकार ने मेरे प्रभु, मैं एक गरीब इन्हां विच फसिया होया। पंच बिखादी एक गरीबा राखो राखन हारे। कहते खेद करे अर बहुत संतां में आयो शरण दुआरे। मैनू बड़ा तंग करते ने, बड़ा परेशान करते ने, ते मैं अज तेरे दर ते आया भी मैनू बचा लै। एक गरीब हाँ, ये पंच बखादी ने। पंचू बिखादी एक गरीबा राखो राखन हारे। खीद करे अर बौर संतां में आयो शरण दुआरे। एक बचन आपां होर पढ़दे। कहंदे हर के लोगा मोको नीत डसै पटवारी। उपर पूजा कर खाओ गुर पै पुकारिया। जदों मैं अरदास कीती, मैं बेनती कीती ते आखिया प्रभु मैं कला वां, ये ज्यादे जने ने, मैनू इन्हां तो बचा लो। फिर साहब कहंदे ने मेरी जोदड़ी मेरी अरदास रब ने सुनी ते की कीता उस मालिक ने। वो कहंदे ऊपर पूजा कर खाओ गुरु पै पुकारिया तिन खाओ लिया उवारी। जदों उत्ते पूजा करके मैं पुकार कीती, बेनती कीती, मेरे गुरु ने मैनू कहंदे फिर बचा लिया, मेरी बांह पकड़ ली। मुश्किल विच कोई होवे वो बचाण वाला डाढा है। पर गुरु के सवारियो सियाणे लोक एक गल कहंदे, जो बचना चाहता है रब भी उसनू ही बचाउंदा है। जो आप ना बचना चाहे, जो अपना भला करना चाहे, जो अपना अपने जीवन की भलाई लोड़े, भला उसनू कौन बचाए। इस करके उन्होंने जिक्र किया, कह लगे नहीं ये ते जीवन की खेड है। अनेका ने पर बच सकीदा है। जे रब तो टुटे रहे फिर कोई संभावना। सतगुरां दे बचन पढ़दे हो ना, मेरे साहब ने बचन कीते। वो कहंदे ने देखो इस घर विच अनेकां जीव ऐसे ने शरीर नू खाण वास्ते लगे ने। माया है, पंज विकार हैं, आशा तृष्णा है, राग द्वैक है। कह लगे सारी फौज ये पिछे लगी है, भला कितना चिर तक बचेगा। पर वो कहंदे बच सकदा किवें, जे इसनू इसे मुश्किल विच रब याद आ जाए। एक उदाहरण दिती, कह लगे मैदाने जंग विच जंग हो रहा होवे, बंदा वैरियां विच कल्ला फस जाए, ते जदों कल्ला कहंदे वैरियां विच फस जाए, अचानचक उन्हां वैरियां विच फसे होए मनुख दा एक काबल भरा जिहड़ा जरनैल है, वो कहंदे ने आ जाए, वो सारियां नूं आसे पासे वालियां नूं मार के पछाड़ दवे ते बंदा बच जांदा। सतगुरु कह लगे ये ऐसी फौज विच फसिया होया है, पर जे अपने असली साथी परम पिता परमेश्वर दे नाम नूं जप लवे, इनू याद आ जाए, ते कह लगे वो नाम जदों इस तरह दा सहाई बन के दा साथी बनया, ये बच जाएगा। ताई तो साहब ने बचन कीता, ऐसो सहाई हर को नाम। ओदे विच बचन कर दे, कह लगे जैसे रण में सखा परात। जिवें मैदाने जंग विच सका भरा मदद करदा, जैसे रण में सखा परात, जैसे भूखे भोजन मास, जैसे
किरखै सरन सेंग, गरुड़ मुख नहीं सरबत रास, सुआ पिंजर नहीं खाए बिलास, ऐसो सहाई हर को नाम। कह लगे इसी तरह परमेश्वर वाहिगुरु जी का नाम है जो इस जीव का भला करता है, जो इस जीव की कल्याण करता है। जे किसी बंदे नूं, जे किसी मनुख नूं विपता विच पए होए नूं उस वाहिगुरु परम पिता परमेश्वर का नाम चेते आ जाए, नाम याद आ जाए ते इस दे जीवन का कहंदे भला हो जाता। ते सतगुरु पातशाह महाराज कहंदे ने, कबीर हर ना दूबला ए हो हरियारा ताल। हरियाला ताल है। इस जिंद विचारी दुबली कमजोर जो हरन दी न्याई है, केता बंचू काल, ये विचारी किन्ना कु समा इन्हां विकारां तो, इन्हां दोखियां तो, इन्हां कहंदे ने विकारां तो बच सकदी है। भाव नहीं बच सकती। बचन का एको ही इलाज जो दास ने पहला बेनती की थी, और इसका जिक्र यदि व्याख्या विद्वान सज्जना ने सुखैन विच एक गाथा के रूप विच भी कीते भी। देखो मुश्किल बनी होवे ते बंदे नूं समझ आ जाए भी ये मुश्किल है, फिर जोदरी करे ते कोई ना कोई जद अरदास करे ते रब बौड़ पैंदा। किवें बौड़दा? सतनाम करता पुरख निरभउ, निरवैर अकाल मूरत अरुणी सैभं गुर प्रसाद जप। आद सच जुगाद सच, है पी सच नानक होसी पी सच। सूरा सो पहचानिए, जो लड़ै दीन के हेत। पुरजा पुरजा कट मरै, कबहू ना छाड़ै खेत। पुरजा पुरजा कट मरै, कबहू ना छाड़ै खेत। परम सन्मान योग साहिब सतगुरु श्री गुरु ग्रंथ साहिब महाराज सचे पातशाह जी दी पावन पवित्र हाजूरी अंदर जुड़ बैठे गुरु प्यारे, गुरु सवारे, गुरु सत्कारे सतसंगी जनों, आप जी वड भागे हो जो मनुख जीवन की सफलता वास्ते सतगुरां दे चरना कमलों विच जुड़ बैठे हो। साध संगत जीओ, अज आपां चमकौर साहिब दे
ਤੇ ਗੁਰੂ ਕੇ ਸਵਾਰਿਓ ਜਿਨ੍ਹਾਂ ਦੀ ਸ਼ਹੀਦੀ ਇਤਿਹਾਸ ਦੇ ਪੰਨਿਆਂ ਤੇ ਬੜੀ ਸੁਨਹਿਰੀ ਅੱਖਰਾਂ ਨਾਲ ਲਿਖੀ ਗਈ, ਉਹਨਾਂ ਮਹਾਨ ਪੁਰਸ਼ਾਂ ਦੇ ਆਪਾਂ ਇਸ ਸ਼ਹੀਦੀ ਦੇ ਪ੍ਰਸੰਗ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤੇ ਚਮਕੌਰ ਸਾਹਿਬ ਵਿੱਚ ਜੋ ਕੁਝ ਗੁਰੂ ਕੇ ਸਵਾਰਿਓ ਸਾਕਾ ਵਾਪਰਿਆ, ਉਹਦੇ ਬਾਰੇ ਅੱਜ ਦੇ ਦੀਵਾਨ ਵਿੱਚ ਬੇਨਤੀਆਂ ਕਰਨੀਆਂ ਨੇ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹ ਵਿਚਾਰ ਰਹਿਮਤ ਕਰਕੇ ਆਪ ਕਰਵਾਉਣ। ਗੁਰੂ ਕੇ ਸਵਾਰਿਓ ਕੁਝ ਕਹਿਣ ਤੋਂ ਪਹਿਲਾਂ ਸਮੂਹ ਮਾਈ ਭਾਈ ਇੱਕ ਵਾਰੀ ਮਨੋਬਿਰਤੀਆਂ ਸਾਰੀ ਇਕਾਗਰ ਚਿਤ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਰੋ ਧਿਆਨ ਤੇ ਗੁਰੂ ਕੇ ਸਵਾਰਿਓ ਸਾਰੇ ਇੱਕ ਵਾਰੀ ਗੁਰ ਫਤਿਹ ਕਰੋ ਸਾਂਝੇ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਇਹ ਬਚਨ ਕੀਤਾ ਹੈ, ਕਹਿ ਲਗੇ ਇੱਕ ਸੂਰਮਾ ਉਹ ਹੈ ਜਿਹੜਾ ਆਪਣੇ ਹੱਥ ਦੇ ਅੰਦਰ ਸ਼ਸਤਰ ਪਕੜ ਕੇ ਮੈਦਾਨੇ ਜੰਗ ਦੇ ਅੰਦਰ ਜੂਝਦਾ ਹੈ। ਇੱਕ ਸੂਰਮਾ ਉਹ ਹੈ ਜਿਹਨੂੰ ਕਹਿੰਦੇ ਇਸ ਸੰਸਾਰ ਤੇ ਆ ਕੇ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਦਾ ਰੰਗ ਚੜਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੇ ਇਹ ਬਚਨ ਕੀਤਾ, ਕਹਿ ਲਗੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਜਿਹਨੂੰ ਹਰੀ ਦੇ ਨਾਮ ਦਾ ਰੰਗ ਇਸ ਯੁੱਗ ਦੇ ਅੰਦਰ ਲੱਗ ਗਿਆ, ਕਹਿ ਲਗੇ ਉਹਨੂੰ ਸੂਰਮਾ ਕਿਹਾ ਜਾਂਦਾ ਹੈ। ਤੇ ਸਾਹਿਬ ਕਹਿੰਦੇ ਆਤਮ ਜਿਨੈ ਸਗਲ ਬਸ ਤਾਂਕੈ ਜਾਂ ਕਾ ਸਤਿਗੁਰ ਪੂਰਾ। ਬਚਨ ਕੀਤਾ ਠਾਕੁਰ ਗਾਈਏ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿ ਸਮਾਵਨ ਸੰਗ ਰਹਾਓ। ਕਹਿੰਦੇ ਜਨ ਕੇ ਚਰਨ ਬਸੈ ਮੇਰੇ ਖਿਆਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਇਹ। ਕਹਿੰਦੇ ਜਿਹਨੂੰ ਨਾਮ ਦਾ ਰੰਗ ਚੜਿਆ ਉਹ ਵੀ ਸੂਰਮਾ, ਤੇ ਜਿਨੇ ਮੈਦਾਨੇ ਜੰਗ ਅੰਦਰ ਸ਼ਸਤਰ ਪਕੜ ਕੇ ਗੁਰੂ ਸਵਾਰਿਓ ਦੁਸ਼ਮਣ ਦਾ ਮੁਕਾਬਲਾ ਕੀਤਾ ਉਹ ਵੀ ਸੂਰਮਾ। ਸਾਧ ਸੰਗਤ ਧਿਆਨ ਦੇਣਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਮੈਦਾਨੇ ਜੰਗ ਵਿੱਚ ਲੜਦੇ ਨੇ। ਮੈਦਾਨੇ ਜੰਗ ਵਿੱਚ ਜਦੋਂ ਹੁੰਦੇ ਨੇ ਤੇ ਬਹੁਤ ਵੱਡੇ ਉਹ ਵੀ ਸੂਰਮੇ ਹਨ, ਤੇ ਆਤਮ ਰੰਗ ਤਾਂ ਗੁਰੂ ਕੇ ਸਵਾਰਿਓ ਉਹਨਾਂ ਦੇ ਜੀਵਨ ਤੇ ਹੈ ਹੀ ਹੈ। ਉਹ ਤੇ ਆਤਮ ਰੰਗ ਹੋਰ ਸੰਸਾਰ ਦੇ ਲੋਕਾਂ ਨੂੰ ਰਹਿਮਤ ਕਰਕੇ ਚਾੜਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਬੇਨਤੀ ਕਰ ਰਿਹਾ ਹਾਂ, ਕਹਿੰਦੇ ਆਨੰਦਪੁਰ ਸਾਹਿਬ ਦਾ ਘੇਰਾ ਪਿਆ। ਖਿਆਲ ਕਰਿਆ ਜੇ ਗੁਰੂ ਕੇ ਸਵਾਰਿਓ ਆਉਣ ਵਾਲੇ ਦਿਨਾਂ ਦੇ ਅੰਦਰ ਆਪਾਂ ਸ਼ਹੀਦੀਆਂ ਜਿਨ੍ਹਾਂ ਦਿਨਾਂ ਵਿੱਚ ਹੋਈਆਂ ਨੇ ਉਹਨਾਂ ਦਿਨਾਂ ਵਿੱਚ ਸਮਾਗਮ ਮਨਾਉਣੇ ਨੇ। ਬੇਨਤੀ ਮੈਂ ਇਹ ਕਰ ਰਿਹਾ ਹਾਂ, ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਟਿਕਾਣਾ ਕਰਦੇ ਨੇ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਉਸ ਧਰਤੀ ਨੂੰ ਘੇਰਾ ਪਾਇਆ ਹੋਇਆ ਹੈ, ਜਿਨ੍ਹਾਂ ਵਿੱਚ ਪਹਾੜੀ ਰਾਜੇ ਵੀ ਮੌਜੂਦ ਨੇ ਤੇ ਮੁਗਲ ਫੌਜਾਂ ਵੀ ਮੌਜੂਦ ਨੇ। ਕਹਿੰਦੇ ਇਹਨਾਂ ਸਾਰੀਆਂ ਫੌਜਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾਇਆ ਹੈ, ਤੇ ਇਤਿਹਾਸ ਨੇ ਤਾਂ ਇਹ ਬਚਨ ਵੀ ਲਿਖੇ ਨੇ, ਕਹਿ ਲਗੇ ਘੇਰਾ ਇੱਕ ਦਿਨ ਦਾ ਨਹੀਂ, ਘੇਰਾ ਕੋਈ 2 ਦਿਨ ਦਾ ਨਹੀਂ, ਘੇਰਾ ਕੋਈ 4 ਦਿਨ ਦਾ ਨਹੀਂ। ਇਤਿਹਾਸ ਨੇ ਸ਼ਬਦ ਲਿਖੇ, ਕਹਿ ਲਗੇ ਤਕਰੀਬਨ 6 ਮਹੀਨੇ ਹੋ ਚੁੱਕੇ ਨੇ ਇਹਨਾਂ ਸਾਰਿਆਂ ਨੂੰ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ। ਤੇ ਗੁਰੂ ਕੇ ਸਵਾਰਿਓ ਕਹਿੰਦੇ ਅੰਦਰੋਂ ਜਲ ਪਾਣੀ ਦਾ ਸਾਰਾ ਰਾਸ਼ਨ ਪਾਣੀ ਵੀ ਮੁੱਕ ਚੁੱਕਾ ਹੈ। ਪਰ ਧਿਆਨ ਦੇਣਾ ਸਾਧ ਸੰਗਤ, ਕਿੰਨੇ ਸਿਰੜੀ ਸਿੱਖ ਹਨ
ਤੇ ਕੈਸੇ ਰਹਿਮਤਾਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਨ। ਗੁਰੂ ਕੇ ਸਵਾਰਿਓ ਕਹਿੰਦੇ ਇਤਿਹਾਸ ਨੇ ਇਹ ਸ਼ਬਦ ਵਰਤੇ ਨੇ। ਆਖਰ ਇਹਨਾਂ ਪਹਾੜੀ ਰਾਜਿਆਂ ਨੇ ਝੂਠੀ ਸਹੁੰ ਖਾਧੇ, ਮੁਗਲੀਆ ਫੌਜਾਂ ਨੇ ਵੀ ਝੂਠੀ ਸਹੁੰ ਖਾਧੇ ਕਿ ਸਤਿਗੁਰੂ ਆਨੰਦਪੁਰ ਸਾਹਿਬ ਆਪ ਜੀ ਛੱਡ ਜਾਓ। ਤੇ ਜੇ ਆਨੰਦਪੁਰ ਸਾਹਿਬ ਤੁਸੀਂ ਛੱਡ ਗਏ, ਕਹਿੰਦੇ ਅਸੀਂ ਕੁਝ ਨਹੀਂ ਨਾ ਤੁਹਾਡੇ ਪਿੱਛੇ ਆਵਾਂਗੇ, ਪਰ ਆਨੰਦਪੁਰ ਸਾਹਿਬ ਨੂੰ ਛੱਡ ਕੇ ਤੁਸੀਂ ਕਿਧਰੇ ਹੋਰ ਚਲੇ ਜਾਓ। ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਧਰਮ ਤੇ ਭਰੋਸਾ ਕੀਤਾ। ਦੇਖੋ ਗੁਰੂ ਕੇ ਸਵਾਰਿਓ, ਜਦੋਂ ਇਹਨਾਂ ਸਹੁੰ ਖਾਧੀ ਉਹਨਾਂ ਨੇ ਭਰੋਸਾ ਕੀਤਾ ਤੇ ਆਨੰਦਪੁਰ ਸਾਹਿਬ ਜੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਛੱਡ ਦਿੱਤਾ। ਇਤਿਹਾਸ ਦੇ ਸ਼ਬਦ ਨੇ। ਕਹਿ ਲਗੇ ਜਦੋਂ ਆਨੰਦਪੁਰ ਸਾਹਿਬ ਛੱਡਿਆ, ਉਹਨਾਂ ਦੇ ਨਾਲ ਉਹਨਾਂ ਦੇ ਚਾਰੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ, ਕਹਿਣ ਲੱਗੇ ਹੋਰ ਸਾਰਾ ਪਰਿਵਾਰ ਤੇ ਅਨੇਕਾਂ ਸਿੰਘ ਉਹਨਾਂ ਦੇ ਨਾਲ ਨਿਕਲੇ। ਕਹਿੰਦੇ ਆਉਂਦਿਆਂ ਆਉਂਦਿਆਂ ਮੈਂ ਆਪ ਜੀ ਨੂੰ ਗੁਰੂ ਕੇ ਸਵਾਰਿਓ ਕੇਵਲ ਸ਼ਰਧਾ ਤੇ ਪਿਆਰ ਵਾਲਾ ਜਿਹੜਾ ਪਹਿਲੂ ਹੈ ਇਸ ਪ੍ਰਸੰਗ ਦਾ ਉਹੀ ਬਿਆਨ ਕਰਨਾ ਹੈ। ਸਾਧ ਸੰਗਤ ਕਹਿੰਦੇ ਜਦੋਂ ਨਿਕਲੇ ਕਿਲੇ ਨੂੰ ਛੱਡ ਕੇ, ਤੇ ਉਸ ਵੇਲੇ ਆਖਦੇ ਨੇ ਰੱਬ ਦੇ ਪਿਆਰ ਵਿੱਚ ਜੁੜੇ ਹੋਏ ਰਸਤਾ ਤੈਅ ਕਰਦਿਆਂ ਆਨੰਦਪੁਰ ਸਾਹਿਬ ਨੂੰ ਜਦੋਂ ਛੱਡਿਆ, ਇੱਧਰ ਆ ਰਹੇ ਨੇ ਚਮਕੌਰ ਦੀ ਧਰਤੀ ਵੱਲ, ਤੇ ਕਹਿੰਦੇ ਰਸਤੇ ਵਿੱਚ ਸਰਸਾ ਇੱਕ ਨਦੀ ਪੈਂਦੀ ਹੈ। ਉਸ ਸਰਸਾ ਨਦੀ ਨੇ ਜਿਹੜਾ ਇੱਕ ਪਰਿਵਾਰ ਇੱਕ ਹਿੱਸੇ ਵਿੱਚ ਸੀ, ਗੁਰੂ ਕੇ ਸਵਾਰਿਓ ਕਹਿੰਦੇ ਉਸ ਪਰਿਵਾਰ ਨੂੰ ਅੱਜ ਜਦੋਂ ਸਰਸਾ ਨਦੀ ਪਾਰ ਕਰਨ ਲੱਗਾ, ਤੇ ਉਸ ਸਰਸਾ ਨਦੀ ਨੇ ਇੱਕ ਪਰਿਵਾਰ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਇੱਕ ਪਾਸੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ, ਦੂਜੇ ਪਾਸੇ ਉਸ ਸਰਸਾ ਨੂੰ ਪਾਰ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੋਧਾਰ ਸਿੰਘ, ਨਾਲ ਕੁਝ ਸਿੰਘ ਹਨ ਜਿਨ੍ਹਾਂ ਦੀ ਗਿਣਤੀ ਇਤਿਹਾਸ ਨੇ ਸਾਧ ਸੰਗਤ ਤਕਰੀਬਨ 40 ਦੇ ਨੇੜੇ ਕੀਤੀ ਹੈ ਸਾਰਿਆਂ ਨੂੰ ਮਿਲਾ ਕੇ। ਕਹਿੰਦੇ ਜਦੋਂ ਨਿਕਲੇ ਇਧਰ ਚਮਕੌਰ ਦੀ ਗੜੀ ਵੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਆਏ ਨੇ, ਤੇ ਸਭ ਤੋਂ ਪਹਿਲਾਂ ਜਦੋਂ ਸਾਹਿਬ ਜੀ ਸਫ਼ਰ ਤੈਅ ਕਰਦਿਆਂ ਚਮਕੌਰ ਦੀ ਧਰਤੀ ਵੱਲ ਪਹੁੰਚੇ ਨੇ, ਤੇ ਕਿਸੇ ਵਿਦਵਾਨ ਨੇ ਬੜੇ ਪਿਆਰੇ ਸ਼ਬਦ ਲਿਖੇ। ਕਹਿ ਲੱਗੇ ਇੱਕ ਬਾਗ ਵਿੱਚ ਡੇਰਾ ਕੀਤਾ, ਤੇ ਉਸ ਬਾਗ ਵਿੱਚ ਜਦੋਂ ਡੇਰਾ ਕੀਤਾ ਤੇ ਚਮਕੌਰ ਦੀ ਗੜੀ ਦਾ ਜਿਹੜਾ ਮਾਲਕ ਸੀ, ਉਸ ਚਮਕੌਰ ਦੀ ਗੜੀ ਦੇ ਮਾਲਕ ਨੇ ਆ ਕੇ ਜ਼ਿਮੀਦਾਰ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ। ਇਹ ਆਖਿਆ ਮਹਾਰਾਜ ਕਿਰਪਾ ਕਰੋ, ਮੈਂ ਤੁਹਾਡੇ ਪਿੱਛੇ ਫੌਜਾਂ ਪਹਾੜੀ ਤੇ ਮੁਗਲ ਫੌਜਾਂ ਲੱਗੀਆਂ ਨੇ, ਮਹਾਰਾਜ ਆਪ ਜੀ ਕਿਰਪਾ ਕਰਕੇ ਮੇਰੇ ਕੋਲ ਇੱਕ ਬਹੁਤ ਵੱਡੀ ਗੜੀ ਹੈ, ਤੁਸੀਂ ਉਹਦੇ ਵਿੱਚ ਹਵੇਲੀ ਉਹਦੇ ਵਿੱਚ ਠਿਕਾਣਾ ਕਰੋ। ਤੇ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਉਸ ਉਹਦੇ ਨਾਲ ਚਮਕੌਰ ਦੀ ਗੜੀ ਵਿੱਚ ਗਏ ਨੇ, ਨਾਲ ਗੁਰੂ ਕੇ ਸਵਾਰਿਓ ਉਹਨਾਂ ਦੇ ਸਿੰਘ ਨੇ, ਤੇ ਜਦੋਂ ਚਮਕੌਰ ਦੀ ਗੜੀ ਦੇ ਅੰਦਰ ਵੜਨ ਲੱਗੇ, ਤੇ ਉਸ ਵੇਲੇ ਅੱਲਾ ਯਾਰ ਖਾ ਜੋਗੀ ਦੇ ਸ਼ਬਦ ਬੜੇ ਖੂਬਸੂਰਤ ਨੇ। ਸਿੰਘਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਕਿਰਪਾ ਕਰਕੇ ਦੱਸੋ ਆਪਾਂ ਕਿੱਥੇ ਆਏ ਆ, ਕਿ ਆਪਾਂ ਹੁਣ ਇਸ ਧਰਤੀ ਤੇ ਹੀ ਰਹਿਣਾ ਹੈ? ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਪਿਆਰਾ ਜਵਾਬ ਦਿੱਤਾ। ਜੋਗੀ ਨੇ ਉਹ ਸ਼ਬਦ ਲਿਖੇ, ਕਹਿ ਲਗੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਿਸ ਖਿੱਤੇ में हम कहते आना जाना जे वही है। ਕਹਿ ਲੱਗੇ ਐ ਭਾਈ ਗੁਰਸਿੱਖੋ, ਜਿਸ ਥਾਂ ਦਾ ਕਦੀ ਮੈਂ ਜ਼ਿਕਰ ਕਰਿਆ ਕਰਦਾ ਸਾਂ ਉਹ ਥਾਂ ਇਹੀ ਹੈ। ਜਿਸ ਖਿੱਤੇ में हम कहते थे आना जे वही है। ਕਹਿ ਲੱਗੇ जिस जहाँ पे बच्चों को कटाना जे वही है। ਤੇ ਸ਼ਬਦ कैसा, ਕਹਿ ਲੱਗੇ ਮਿੱਟੀ ਬੋਲ ਰਹੀ ਹੈ ਠਿਕਾਣਾ ਜੇ ਵਹੀ ਹੈ। ਕਹਿੰਦੇ ਜਿਸ ਧਰਤੀ ਤੇ ਬਾਰੇ ਮੈਂ ਜ਼ਿਕਰ ਕਰਦਾ ਸਾਂ, ਸਿੰਘੋ ਜਿਸ ਜਹਾਂ ਸੇ ਲੁੱਟ ਕੇ ਕਲ ਕੋ ਜਾਣਾ ਇਹ ਵਹੀ ਹੈ।
जिस धरती तो कल अपना आपा लुटा के मैं चले जाना है, जिस धरती ते कहंदे अनेकां शहीदियां होणियां ने, ते सतगुरु गुरु गोबिंद सिंह सच्चे पातशाह कहंदे कह लगे भलियो ये धरती ओही है